किसानां दे लई एक खुशखबरी कह सकते हैं। खुशखबरी की है? बासमती की बिजाई, बासमती की लुवाई। ਜਿਹੜੇ किसान बासमती का रकबा ਜਿਹੜਾ ਵੱਧ ਵਧਾਉਣਗੇ ਉਹਨਾਂ ਨੂੰ ਉਨਾ ਹੀ ਜ਼ਿਆਦਾ ਫਾਇਦਾ ਹੋਣ ਵਾਲਾ ਹੈ। ਇਸ ਦਾ ਸੰਕੇਤ ਖੇਤੀਬਾੜੀ ਮਹਿਕਮੇ ਨੇ ਦਿੱਤਾ ਹੈ। ਪੰਜਾਬ ਸਰਕਾਰ ਇੱਕ ਰੂਪਰੇਖਾ ਤਿਆਰ ਕਰ ਰਹੀ ਹੈ ਜਿਸ ਦੇ ਵਿੱਚ ਉਹਨਾਂ ਦਾ ਮੰਨਣਾ ਹੈ ਕਿ ਇਸ ਵਾਰ 20% ਦੀ ਤਕਰੀਬਨ ਅਸੀਂ ਰਕਬਾ ਬਾਸਮਤੀ ਦਾ ਪੰਜਾਬ ਦੇ ਅੰਦਰ ਵਧਾਉਣ ਦਾ ਟੀਚਾ ਮਿੱਥਿਆ ਹੈ। ਤਕਰੀਬਨ 5 ਲੱਖ ਹੈਕਟੇਅਰ ਤੱਕ ਇਸ ਦੀ ਪਹੁੰਚ ਹੋ ਵੀ ਚੁੱਕੀ ਹੈ। ਪਿਛਲੇ ਕੁਝ ਸਾਲਾਂ ਤੋਂ ਬਾਸਮਤੀ ਦੀ ਜਿਹੜੀ ਕਾਸ਼ਤ ਹੈ ਉਹ ਵਧਣੀ ਸ਼ੁਰੂ ਹੋ ਚੁੱਕੀ ਹੈ। ਖੇਤੀਬਾੜੀ ਮਹਿਕਮੇ ਦੇ ਵਿੱਚ ਅਧਿਕਾਰੀਆਂ ਦੀ ਜਿਹੜੀ ਹੋਈ ਮੁਲਾਕਾਤ ਮੀਟਿੰਗ ਹੈ ਉਸ ਵਿੱਚ ਦਲੀਲਾਂ ਕੀ ਦਿੱਤੀਆਂ ਗਈਆਂ ਨੇ। ਐਮਐਸਪੀ ਦਾ ਰੇਟ ਜਿਹੜਾ ਤੈਅ ਕੀਤਾ ਗਿਆ, ਘੱਟੋ ਘੱਟ ਕਿੰਨਾ ਕਿਸਾਨ ਜੇਕਰ ਬੀਜਦੇ ਨੇ ਤੇ ਉਸ ਨੂੰ ਕਿੰਨਾ ਕੁ ਰੇਟ ਭਾਅ ਜਿਹੜਾ ਉਹ ਪ੍ਰਤੀ ਕੁਇੰਟਲ ਮਿਲੇਗਾ, ਇਸ ਦੇ ਬਾਰੇ ਚਰਚਾ ਹੈ। ਹਾਲਾਂਕਿ ਇੱਕ ਵਾਰ ਜਿਹੜਾ ਬਾਸਮਤੀ ਦਾ ਭਾਅ ਸੀ ਉਹ 4000 ਪ੍ਰਤੀ ਕੁਇੰਟਲ ਤੋਂ ਵੀ ਵੱਧ ਪਾਰ ਕਰ ਗਿਆ ਸੀ, ਇੱਥੋਂ ਤੱਕ ਕਿ 4500 4600 ਪ੍ਰਤੀ ਕੁਇੰਟਲ ਤੱਕ ਵੀ ਪੁੱਜਿਆ ਸੀ। ਪਰ ਅਗਲੇ ਕੁਝ ਸਾਲਾਂ ਦੇ ਵਿੱਚ ਫਿਰ ਉਸ ਭਾਅ ਦੇ ਵਿੱਚ ਇੰਨੀ ਜ਼ਿਆਦਾ ਗਿਰਾਵਟ ਆਈ ਕਿ ਕਿਸਾਨਾਂ ਨੂੰ ਘਾਟਾ ਪੈ ਗਿਆ। ਪਰ ਹੁਣ ਸਰਕਾਰ ਦਾ ਕਹਿਣਾ ਹੈ ਕਿ ਐਮਐਸਪੀ ਜਿਹੜਾ ਤੈਅ ਹੋਵੇਗਾ ਬਾਸਮਤੀ ਦਾ ਉਹ ਤਾਂ ਮਿਲੇਗਾ ਹੀ ਮਿਲੇਗਾ ਰੇਟ। ਜੇਕਰ ਐਮਐਸਪੀ ਤੇ ਪ੍ਰਾਈਵੇਟ ਪਲੇਅਰ ਨਹੀਂ ਖਰੀਦਦੇ ਬਾਸਮਤੀ, ਕਿਉਂਕਿ ਇਸ ਦੀ ਸਰਕਾਰੀ ਖਰੀਦ ਨਹੀਂ ਹੁੰਦੀ, ਪਰ ਸਰਕਾਰ ਦਾ ਕਹਿਣਾ ਹੈ ਕਿ ਜਿੰਨੀ ਵਿਕੇਗੀ ਪ੍ਰਾਈਵੇਟ ਪਲੇਅਰਾਂ ਤੇ ਠੀਕ ਹੈ, ਬਾਕੀ ਦਾ ਜਿਹੜਾ ਪੂਰਤੀ ਹੈ ਉਹ ਸਰਕਾਰ ਖੁਦ ਕਰੇਗੀ। ਬਾਸਮਤੀ ਨੂੰ ਇੰਨਾ ਕਿਉਂ ਵਧਾਇਆ ਜਾ ਰਿਹਾ? ਕਿਉਂਕਿ ਬਾਸਮਤੀ ਚੌਲਾਂ ਦੀ ਮੰਗ ਬਹੁਤ ਜ਼ਿਆਦਾ ਹੈ, ਉਸ ਦੀ ਵਿਕਰੀ ਬਹੁਤ ਜ਼ਿਆਦਾ ਹੈ, ਬਾਹਰ ਵੀ ਐਕਸਪੋਰਟ ਕਰਨ ਦੀਆਂ ਗੱਲਾਂ ਹੁੰਦੀਆਂ ਨੇ। ਹੁਣ ਬਾਸਮਤੀ ਦੀ ਜਿਹੜੀ ਲਵਾਈ ਜਾਂ ਬਿਜਾਈ ਦਾ ਸੀਜ਼ਨ ਹੁੰਦਾ ਹੈ ਉਹ ਅਕਸਰ ਜੁਲਾਈ ਦੇ ਪਹਿਲੇ ਹਫ਼ਤੇ ਤੋਂ ਮੰਨਿਆ ਜਾਂਦਾ ਹੈ ਕਿ ਸਹੀ ਜਿਹੜੀ ਬਿਜਾਈ ਦਾ ਸਮਾਂ ਬਾਸਮਤੀ ਦਾ ਉਹ ਜੁਲਾਈ ਦੇ ਪਹਿਲੇ ਹਫ਼ਤੇ ਦੇ ਵਿੱਚ ਹੀ ਸ਼ੁਰੂਆਤ ਉਸ ਦੀ ਹੋਣੀ ਚਾਹੀਦੀ ਹੈ। ਹਾਲਾਂਕਿ ਕੁਝ ਕਿਸਾਨ ਜੁਲਾਈ ਸ਼ੁਰੂ ਹੋਣ ਤੋਂ ਪਹਿਲਾਂ ਹੀ ਜੂਨ ਦੇ ਅਖੀਰਲੇ ਹਫ਼ਤੇ ਦੇ ਵਿੱਚ ਵੀ ਇਸ ਦੀ ਬਿਜਾਈ ਕਰਨੀ ਸ਼ੁਰੂ ਕਰ ਦਿੰਦੇ ਨੇ। ਹੁਣ ਬਾਸਮਤੀ ਦੀ ਖਾਸੀਅਤ ਕੀ ਹੈ ਤੇ ਕਿਉਂ ਸਰਕਾਰ ਇਸ ਤੇ ਧਿਆਨ ਦੇਣਾ ਚਾਹੁੰਦੀ ਹੈ, ਇਸ ਬਾਰੇ ਤੁਹਾਡੇ ਨਾਲ ਜਾਣਕਾਰੀ ਸਾਂਝੀ ਕਰਦੇ ਹਾਂ। ਤਕਰੀਬਨ ਪੰਜਾਬ ਦੇ ਵਿੱਚ 4.94 ਲੱਖ ਹੈਕਟੇਅਰ ਰਕਬੇ 'ਚ ਬਾਸਮਤੀ ਦੀ ਲਵਾਈ ਪਿਛਲੇ ਸਾਲ ਹੋਈ ਸੀ, ਯਾਨੀ ਕਿ ਕਹਿ ਸਕਦੇ ਹਾਂ ਤਕਰੀਬਨ 5 ਲੱਖ ਹੈਕਟੇਅਰ। ਹਾਲਾਂਕਿ 30 ਲੱਖ ਹੈਕਟੇਅਰ ਤੱਕ ਪਹੁੰਚ ਹੋ ਜਾਂਦੀ ਹੈ ਪੂਰੀ ਝੋਨੇ ਦੀ ਲਵਾਈ ਦੀ, ਪਰ ਝੋਨੇ ਦੇ ਵਿੱਚ ਪਾਣੀ ਦੀ ਖਪਤ ਬਹੁਤ ਜ਼ਿਆਦਾ ਹੁੰਦੀ ਹੈ ਤੇ ਬਾਸਮਤੀ ਥੋੜੇ ਦਿਨਾਂ ਵਿੱਚ ਪੱਕਦੀ ਹੈ ਝੋਨੇ ਦੇ ਮੁਕਾਬਲੇ, ਬਾਕੀ ਕਿਸਮਾਂ ਦੇ ਮੁਕਾਬਲੇ। ਇਸੇ ਕਰਕੇ ਬਾਸਮਤੀ ਨੂੰ ਪਹਿਲ ਦੇਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਜੇਕਰ ਕੁਝ ਦਿਨ ਵੀ ਘੱਟ ਲੱਗਦੇ ਨੇ ਤੇ ਉਹਨੇ ਦਿਨਾਂ ਦੇ ਵਿੱਚ ਜਿਹੜੀ ਪਾਣੀ ਦੀ ਖਪਤ ਘੱਟ ਹੋਵੇਗੀ। ਇਹ ਦਲੀਲਾਂ ਨੇ। ਪੰਜਾਬ ਸਰਕਾਰ ਦੇ ਵਿੱਚ ਸੌਣੀ ਸੀਜ਼ਨ ਦੀ ਸ਼ੁਰੂਆਤ ਵਿੱਚ ਹੀ ਇਸ ਦੇ ਉੱਤੇ ਮੰਥਨ ਹੋਣ ਲੱਗੇ ਨੇ। ਹਾਲਾਂਕਿ ਜੇਕਰ ਇਸ ਤੋਂ ਪਹਿਲਾਂ ਕਿਸਾਨਾਂ ਨੂੰ ਇਸ਼ਾਰਾ ਕੀਤਾ ਜਾਂਦਾ ਕਿ ਸਰਕਾਰ ਇਸ ਬਾਰੇ ਗਰੰਟੀ ਦੇਣਾ ਚਾਹੁੰਦੀ ਹੈ ਐਮਐਸਪੀ ਦਾ ਘੱਟੋ ਘੱਟ ਮੁੱਲ ਹੈ ਜਿਹੜਾ ਸਮਰਥਨ ਮੁੱਲ ਫਸਲ ਦਾ ਮਿਲੇਗਾ ਹੀ ਮਿਲੇਗਾ, ਤੇ ਹੋ ਸਕਦਾ ਇਸ ਦਾ ਰਕਬਾ ਵੱਧ ਜਾਂਦਾ। ਪਰ ਹੁਣ ਐਨ ਮੌਕੇ ਤੇ ਆ ਕੇ ਕਿਸਾਨਾਂ ਨੂੰ ਜੇਕਰ ਇਹ ਦੱਸਿਆ ਜਾ ਰਿਹਾ ਤਾਂ ਇਸ ਦੇ ਨਾਲ ਕੀ ਫਰਕ ਪਵੇਗਾ? ਕਿਸਾਨ ਵਾਕਈ ਰਕਬਾ ਵਧਾਉਣਗੇ ਜਾਂ ਨਹੀਂ ਵਧਾਉਣਗੇ? ਜਿਨ੍ਹਾਂ ਨੇ ਤਾਂ ਸਿੱਧੀ ਬਿਜਾਈ ਕਰਨੀ ਹੈ ਉਹ ਤਾਂ ਹੁਣ ਵੀ ਡਿਸੀਜਨ ਲੈ ਸਕਦੇ ਨੇ ਇਸ ਮੰਥਨ ਤੋਂ ਬਾਅਦ ਵੀ ਕਿ ਜੇ ਸਰਕਾਰ ਭਰੋਸਾ ਦੇ ਰਹੀ ਹੈ, ਜੇਕਰ ਸਰਕਾਰ ਆਪਣੇ ਦਿੱਤੇ ਹੋਏ ਭਰੋਸੇ ਤੇ ਖਰੇ ਉਤਰਦੀ ਹੈ। ਹਾਲਾਂਕਿ ਮੂੰਗੀ ਦੀ ਫਸਲ ਵੇਲੇ ਵੀ ਐਮਐਸਪੀ ਦੀ ਗਰੰਟੀ ਦੀ ਗੱਲ ਹੋਈ ਸੀ, ਪਰ ਮੂੰਗੀ ਦੀ ਫਸਲ ਵੀ ਉਸ ਭਾਅ ਨਹੀਂ ਵਿਕ ਸਕੀ। ਪਿਛਲੇ ਸਾਲ ਵੀ ਕਾਫੀ ਦਿੱਕਤਾਂ ਆਈਆਂ, ਇਸ ਸਾਲ ਵੀ ਕਿਸਾਨਾਂ ਦੇ ਵਿੱਚ ਰੋਸ ਪਾਇਆ ਗਿਆ। ਮੱਕੀ ਦੀ ਫਸਲ ਵੀ ਐਮਐਸਪੀ ਦਾ ਜਿਹੜਾ ਰੇਟ ਤੈਅ ਕੀਤਾ ਹੋਇਆ ਉਸ ਤੇ ਨਹੀਂ ਵਿਕਦੀ। ਹੁਣ ਜਿੱਥੇ ਬਾਸਮਤੀ ਦੀ ਗਰੰਟੀ ਦਿੱਤੀ ਜਾ ਰਹੀ ਹੈ ਕਿ ਸਰਕਾਰ ਭਾਰ ਚੁੱਕਣ ਨੂੰ ਤਿਆਰ ਹੈ, ਪਰ ਕਿਸਾਨ ਬਾਸਮਤੀ ਨੂੰ ਪਹਿਲ ਦੇਣ, ਤਾਂ ਕੀ ਕਿਸਾਨ ਭਰੋਸਾ ਕਰ ਪਾਉਣਗੇ ਸਰਕਾਰ ਦੇ ਉੱਤੇ? ਇਹ ਵੀ ਆਪਣੇ ਆਪ 'ਚ ਕਿਸਾਨਾਂ ਦੇ ਉੱਤੇ ਨਿਰਭਰ ਕਰਦਾ ਹੈ। ਪਰ ਜਿਹੜੀ ਜਾਣਕਾਰੀ ਦਿੱਤੀ ਗਈ ਹੈ, ਜਿਹੜੇ ਕਿਸਾਨਾਂ ਦੇ ਲਈ ਖੁਸ਼ਖਬਰੀ ਦੀ ਗੱਲ ਅਸੀਂ ਕਹਿ ਰਹੇ ਹਾਂ, ਇਸ ਕਰਕੇ ਹੈ ਜੇਕਰ ਸਰਕਾਰ ਇਸ ਤੇ ਖਰੀ ਉਤਰਦੀ ਹੈ ਤੇ ਵਾਕਈ ਉਹ ਕਿਸਾਨਾਂ ਦੇ ਚਿਹਰੇ ਖਿੜ ਸਕਦੇ ਨੇ ਜਿਹੜੇ ਬਾਸਮਤੀ ਦੀ ਕਾਸ਼ਤ ਕਰਨਗੇ। ਦੂਜੇ ਪਾਸੇ ਪੰਜਾਬ ਵਿੱਚ ਸਰਕਾਰ ਬਾਸਮਤੀ ਦੀ ਫਸਲ ਤੇ 2600 ਤੋਂ ਲੈ ਕੇ 2800 ਪ੍ਰਤੀ ਕੁਇੰਟਲ ਐਮਐਸਪੀ ਦੇਣ ਦੀ ਯੋਜਨਾ ਬਣਾ ਰਹੀ ਹੈ ਕਿ ਇਹ ਯੋਜਨਾ ਪੱਕੇ ਤੌਰ ਤੇ ਬਣ ਜਾਵੇ ਕਿ ਘੱਟੋ ਘੱਟ ਇੰਨਾ ਮੁੱਲ ਤਾਂ ਕਿਸਾਨਾਂ ਨੂੰ ਮਿਲਣਾ ਹੀ ਮਿਲਣਾ ਹੈ, 2600 ਰੁਪਏ ਤੋਂ ਲੈ ਕੇ 2800 ਰੁਪਏ ਪ੍ਰਤੀ ਕੁਇੰਟਲ। ਬਾਕੀ ਉਸ ਦੀ ਗੁਣਵੱਤਾ ਦੇਖ ਕੇ ਵੀ ਉਸ ਦਾ ਰੇਟ ਜਿਹੜਾ ਵਾਧਾ ਘਾਟਾ ਕੀਤਾ ਜਾ ਸਕਦਾ ਹੈ। ਪੰਜਾਬ 'ਚ ਬਾਸਮਤੀ ਦੀ ਫਸਲ ਨੂੰ ਹੁਲਾਰਾ ਦੇਣ ਦੇ ਲਈ ਖੇਤੀਬਾੜੀ ਮਹਿਕਮੇ ਨੇ ਕਿਸਾਨ ਮਿੱਤਰ ਸਕੀਮ ਵੀ ਸ਼ੁਰੂ ਕਰ ਦਿੱਤੀ ਹੈ, ਜਿਸ ਤਹਿਤ ਕਿਸਾਨਾਂ ਨੂੰ ਫਸਲ ਸੰਬੰਧੀ ਤਕਨੀਕੀ ਜਾਣਕਾਰੀ ਦਿੱਤੀ ਜਾਵੇਗੀ। ਜਾਣਕਾਰੀ ਇਹ ਵੀ ਮਿਲੀ ਹੈ ਕਿ ਪੰਜਾਬ ਵਿੱਚ ਸਾਲ 2021-22 ਦੌਰਾਨ ਬਾਸਮਤੀ ਹੇਠਲਾ ਰਕਬਾ ਜਿਹੜਾ ਤਕਰੀਬਨ 5 ਲੱਖ ਹੈਕਟੇਅਰ ਤੱਕ ਪੁੱਜਾ ਸੀ, ਜਦ ਕਿ ਇਹੀ ਉਸ ਤੋਂ ਪਿਛਲੇ ਸਾਲ 2020-21 ਦੇ ਵਿੱਚ ਇਹ ਰਕਬਾ 4 ਲੱਖ ਹੈਕਟੇਅਰ ਤੱਕ ਸੀ। ਤਕਰੀਬਨ 1 ਲੱਖ ਹੈਕਟੇਅਰ ਤੱਕ ਵਾਧਾ ਹੋ ਗਿਆ ਸੀ ਬਾਸਮਤੀ ਦੇ ਵਿੱਚ। ਪੰਜਾਬ ਵਿੱਚ ਹਰ ਸਾਲ 30 ਲੱਖ ਹੈਕਟੇਅਰ ਤੋਂ ਵੱਧ ਰਕਬੇ ਵਿੱਚ ਝੋਨਾ ਲਗਾਇਆ ਜਾਂਦਾ ਹੈ ਤੇ ਬਾਸਮਤੀ ਦੀ ਲਵਾਈ ਹੁੰਦੀ ਹੈ। ਪੰਜਾਬ ਦੇ ਅੰਮ੍ਰਿਤਸਰ, ਗੁਰਦਾਸਪੁਰ, ਤਰਨਤਾਰਨ, ਪਠਾਨਕੋਟ, ਫਾਜ਼ਿਲਕਾ
ਇਹਨਾਂ ਜ਼ਿਲ੍ਹਿਆਂ ਤੋਂ ਇਲਾਵਾ ਕੁਝ ਹੋਰਨਾਂ ਜ਼ਿਲ੍ਹਿਆਂ ਦੇ ਵਿੱਚ ਵੀ ਥੋੜਾ ਰਕਬਾ ਬਾਸਮਤੀ ਦੀ ਫਸਲ ਦੇ ਹੇਠ ਆਉਂਦਾ ਹੈ। ਜ਼ਿਆਦਾਤਰ ਸਰਹੱਦੀ ਜ਼ਿਲ੍ਹੇ ਨੇ ਪੰਜਾਬ ਦੇ ਅੰਦਰ ਜਿੱਥੇ ਬਾਸਮਤੀ ਦੀ ਕਾਸ਼ਤ ਹੁੰਦੀ ਹੈ। ਖੇਤੀਬਾੜੀ ਮਹਿਕਮੇ ਦੇ ਅਧਿਕਾਰੀਆਂ ਨੇ ਆਸ ਪ੍ਰਗਟਾਈ ਹੈ ਕਿ ਐਤਕੀ ਫਾਜ਼ਿਲਕਾ ਤੇ ਮੁਕਤਸਰ ਜ਼ਿਲ੍ਹਿਆਂ ਦੇ ਵਿੱਚ ਬਾਸਮਤੀ ਹੇਠਲਾ ਰਕਬਾ ਹੋਰ ਵਧਾਉਣ ਦੀ ਕੋਸ਼ਿਸ਼ ਕੀਤੀ ਜਾਵੇਗੀ। ਪੰਜਾਬ ਸਰਕਾਰ ਝੋਨੇ ਨਾਲ ਹੁੰਦੀ ਪਾਣੀ ਦੀ ਬਰਬਾਦੀ ਰੋਕਣ ਲਈ ਕਿਸਾਨਾਂ ਨੂੰ ਬਾਸਮਤੀ, ਨਰਮਾ ਤੇ ਕਿਸਾਨਾਂ ਨੂੰ ਹੋਰ ਦਾਲਾਂ ਦੀ ਬਿਜਾਈ ਲਈ ਉਤਸ਼ਾਹਿਤ ਕਰਨ ਦੇ ਵਿੱਚ ਪੱਬਾਂ ਭਾਰ ਹੈ। ਪਰ ਪਿਛਲੇ ਸਾਲ ਕਿਸਾਨਾਂ ਨੂੰ ਬਾਸਮਤੀ ਦਾ 3500 ਰੁਪਏ ਕੁਇੰਟਲ ਤੱਕ ਦਾ ਭਾਅ ਮਿਲ ਗਿਆ ਸੀ, ਜਿਸ ਕਾਰਨ ਐਤਕੀ ਪਿਛਲੇ ਸਾਲ ਨਾਲੋਂ ਕਿਸਾਨਾਂ ਦੇ ਵਿੱਚ ਵੀ ਉਤਸ਼ਾਹ ਹੈ ਕਿ ਬਾਸਮਤੀ ਨੂੰ ਪਹਿਲ ਦਿੱਤੀ ਜਾਵੇ। ਜੇਕਰ 3000 ਤੋਂ ਪਲੱਸ ਰੇਟ ਮਿਲ ਜਾਂਦਾ ਤਾਂ ਵੀ ਕੋਈ ਘਾਟੇ ਦਾ ਸੌਦਾ ਨਹੀਂ ਹੈ ਬਾਸਮਤੀ ਦੀ ਕਾਸ਼ਤ ਕਰਨਾ। ਹੁਣ ਕਿਸਾਨ ਆਪਣੇ ਆਪ ਕਿੰਨੇ ਕੁ ਭਾਅ ਮਿਲਣ ਤੇ ਉਤਸ਼ਾਹਿਤ ਹੁੰਦੇ ਨੇ ਪਿਛਲੇ ਸਾਲ ਦੇ ਮੁਕਾਬਲੇ, ਕਿੰਨਾ ਕੁ ਰਕਬਾ ਵਧਾਇਆ ਜਾਂਦਾ ਹੈ। ਹਾਲਾਂਕਿ ਬਹੁਤ ਛੋਟੀ ਕਿਸਾਨੀ ਹੈ ਜਿਨ੍ਹਾਂ ਕੋਲ 5 ਤੋਂ 7 ਏਕੜ ਜਾਂ 10 ਏਕੜ ਤੱਕ ਦੀ ਜ਼ਮੀਨ ਹੈ, ਜਿਨ੍ਹਾਂ ਨੂੰ ਸਹੀ ਭਾਅ ਪਿਛਲੇ ਸਾਲ ਮਿਲਿਆ ਸੀ। ਇਸ ਵਾਰ ਇਹ ਵੀ ਸੁਣਨ ਵਿੱਚ ਆ ਰਿਹਾ ਹੈ ਕਿ ਉਹਨਾਂ ਨੇ ਸਾਰੀ ਬਾਸਮਤੀ ਦੀ ਲਵਾਈ ਜਾਂ ਬਿਜਾਈ ਹੈ ਜਿਹੜੀ ਉਹ ਸਾਰੀ ਦੀ ਸਾਰੀ ਬਾਸਮਤੀ ਕਰ ਦਿੱਤੀ ਗਈ ਹੈ। ਹਾਲਾਂਕਿ ਇਸ ਤੋਂ ਪਹਿਲਾਂ ਇਹ ਹੁੰਦਾ ਸੀ ਕਿ ਜਿਵੇਂ 30% ਦੀ ਝੋਨੇ ਦੀ ਲਵਾਈ ਕਰ ਦਿੱਤੀ ਜਾਂਦੀ ਸੀ ਹੋਰ ਕਿਸਮਾਂ ਦੀ, ਬਾਕੀ ਬਾਸਮਤੀ। ਪਰ ਇਸ ਵਾਰ ਇਹ ਵੀ ਦੇਖਣ ਨੂੰ ਮਿਲਿਆ, ਰੁਝਾਨ ਪੈਦਾ ਹੋਇਆ ਕਿਸਾਨਾਂ 'ਚ ਕਿ ਬਾਸਮਤੀ ਸਾਰੀ ਦੀ ਸਾਰੀ ਜਿੰਨੀ ਉਹ ਠੇਕੇ ਤੇ ਵੀ ਜ਼ਮੀਨ ਲੈਂਦੇ ਨੇ ਜਾਂ ਆਪਣੀ ਹੈ ਉਸ ਦੇ ਉੱਤੇ ਬਾਸਮਤੀ ਦੀ ਕਾਸ਼ਤ ਕਰਦੇ ਨੇ। ਹੁਣ ਸਵਾਲ ਇਹ ਪੈਦਾ ਹੁੰਦਾ ਹੈ ਕਿ ਫਸਲ ਦੀ ਲਵਾਈ ਤੋਂ ਵੱਢਣ ਤੱਕ ਕਿਸਾਨਾਂ ਦੇ ਸੰਪਰਕ ਵਿੱਚ ਰਹਿਣ ਲਈ ਖੇਤੀਬਾੜੀ ਵਿਭਾਗ ਦੇ ਜਿਹੜੇ ਅਧਿਕਾਰੀ ਨੇ ਉਹ ਰਹਿਣਗੇ। ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਵੱਲੋਂ ਸਿਫਾਰਿਸ਼ ਕੀਤੀਆਂ ਕੀਟਨਾਸ਼ਕ ਦਵਾਈਆਂ ਵਰਤਣ ਦੀ ਸਲਾਹ ਹੀ ਦਿੱਤੀ ਜਾਵੇਗੀ ਤਾਂ ਕਿ ਕੋਈ ਹੋਰ ਦਵਾਈਆਂ ਵਰਤਣਗੇ ਤਾਂ ਕਿਸਾਨਾਂ ਨੂੰ ਨੁਕਸਾਨ ਵੀ ਹੋ ਸਕਦਾ ਹੈ। ਉਹਨਾਂ ਨੇ ਵੀ ਆਖਿਆ ਕਿ ਬਾਸਮਤੀ ਨੂੰ ਵਿਦੇਸ਼ਾਂ ਵਿੱਚ ਭੇਜਣ ਲਈ ਮੌਜੂਦਾ ਸਮੇਂ ਬਾਸਮਤੀ ਤੇ ਹੋ ਰਹੀ ਕੀਟਨਾਸ਼ਕ ਵਰਤੋਂ ਨੂੰ ਘਟਾਉਣ ਲਈ ਕਿਸਾਨਾਂ ਨੂੰ ਜਾਗਰੂਕ ਕੀਤਾ ਜਾਵੇਗਾ, ਕਿਉਂਕਿ ਬਹੁਤ ਸਾਰੇ ਮੁਲਕ ਅਜਿਹੇ ਨੇ ਜਿਹੜੇ ਉਸ ਫਸਲ ਦੀ ਗੁਣਵੱਤਾ ਦੇਖਦੇ ਨੇ ਕਿ ਅਜਿਹਾ ਕੈਮੀਕਲ ਤਾਂ ਯੂਜ਼ ਨਹੀਂ ਕੀਤਾ ਗਿਆ ਕਿ ਸਾਡੇ ਦੇਸ਼ ਵਿੱਚ ਖਾਣ ਵਾਲੇ ਜਿਹੜੇ ਨਾਗਰਿਕ ਨੇ ਉਸ ਦੀ ਵਰਤੋਂ ਕਰਨ ਵਾਲੇ ਖਪਤਕਾਰ ਨੇ ਉਹਨਾਂ ਦੀ ਸਿਹਤ ਨਾਲ ਖਿਲਵਾੜ ਨਾ ਹੋ ਜਾਵੇ। ਇਸੇ ਕਰਕੇ ਧਿਆਨ ਰੱਖਣ ਦੀ ਲੋੜ ਹੈ। ਜਾਣਕਾਰੀ ਅਨੁਸਾਰ ਭਾਰਤ ਹਰ ਸਾਲ 3500 ਕਰੋੜ ਰੁਪਏ ਤੋਂ ਵੱਧ ਦੀ ਬਾਸਮਤੀ ਬਰਾਮਦ ਕਰਦਾ ਹੈ, ਜਿਸ ਵਿੱਚ ਪੰਜਾਬ ਦਾ ਅਹਿਮ ਯੋਗਦਾਨ ਹੁੰਦਾ ਹੈ। ਉਹਨਾਂ ਆਖਿਆ ਕਿ ਪੰਜਾਬ ਸਰਕਾਰ ਬਾਸਮਤੀ ਤੇ MSP ਦੇਣ ਦੀ ਯੋਜਨਾ ਜਿਹੜੀ ਬਣਾ ਰਹੀ ਹੈ, ਉੱਥੇ ਹੀ ਦੂਜੇ ਪਾਸੇ ਜੇਕਰ ਮਾਰਕੀਟ ਵਿੱਚ ਬਾਸਮਤੀ ਦਾ ਭਾਅ MSP ਤੋਂ ਘਟ ਜਾਂਦਾ ਤੇ ਪੰਜਾਬ ਸਰਕਾਰ ਮਾਰਕਫੈਡ ਰਾਹੀਂ ਦਖਲ ਦੇ ਕੇ ਖੁਦ ਫਸਲ ਖਰੀਦਣ ਦੀ ਤਿਆਰੀ ਵਿੱਚ ਵੀ ਲੱਗ ਰਹੀ ਹੈ। ਸਰਕਾਰ ਨੇ MSP ਬਾਰੇ ਹਾਲੇ ਤੱਕ ਕੋਈ ਫੈਸਲਾ ਮੁਕੰਮਲ ਤੌਰ ਤੇ ਫਾਈਨਲ ਨਹੀਂ ਲਿਆ, ਆਖਰੀ ਨਹੀਂ ਲਿਆ, ਪਰ ਚਰਚਾ ਇਹ ਹੈ ਕਿ ਭਾਅ 2600 ਰੁਪਏ ਤੋਂ ਲੈ ਕੇ 2800 ਪ੍ਰਤੀ ਕੁਇੰਟਲ ਤੱਕ ਤੈਅ ਕੀਤਾ ਜਾ ਸਕਦਾ ਹੈ। ਪੰਜਾਬ ਵਿੱਚ ਕਿਸਾਨ ਮੁੱਖ ਤੌਰ ਤੇ ਬਾਸਮਤੀ ਦੀਆਂ ਪੂਸਾ 1121, ਪੂਸਾ 1509, 386 ਕਿਸਮਾਂ ਦੀ ਪੈਦਾਵਾਰ ਕਰਦੇ ਆ ਰਹੇ ਨੇ। ਜ਼ਿਆਦਾਤਰ 1121 ਨੂੰ ਪਹਿਲ ਦਿੱਤੀ ਜਾਂਦੀ ਹੈ। ਹੁਣ ਦੇਖਦੇ ਹਾਂ ਕਿ ਇਸ ਵਾਰ ਜਿਹੜੀ ਸਰਕਾਰ ਯੋਜਨਾ ਬਣਾ ਰਹੀ ਹੈ ਕਿਸਾਨ ਵੀ ਹੁੰਗਾਰਾ ਦਿੰਦੇ ਨੇ ਜਾਂ ਨਹੀਂ ਦਿੰਦੇ। ਔਰ ਤਕਰੀਬਨ ਜੇਕਰ ਪ੍ਰਾਈਵੇਟ ਪਲੇਅਰ ਜਦੋਂ ਖਰੀਦਦੇ ਨੇ, ਜੇਕਰ ਥੋੜੀ ਕਾਸ਼ਤਕਾਰ ਹੁੰਦੀ ਹੈ ਤਾਂ ਉਸ ਦੀ ਮੰਗ ਵੱਧ ਜਾਂਦੀ ਹੈ। ਜੇ ਕਾਸ਼ਤਕਾਰ ਕਿਸੇ ਸਾਲ ਦੇ ਵਿੱਚ ਵੱਧ ਹੋ ਜੇ ਬਾਸਮਤੀ ਦੀ ਤਾਂ ਫਿਰ ਉਨੀਆਂ ਕੀਮਤਾਂ ਘਟਣ ਲੱਗਦੀਆਂ ਨੇ, ਗਿਰਾਵਟ ਆ ਜਾਂਦੀ ਹੈ। ਇਸ ਸਾਲ ਦੇਖਦੇ ਹਾਂ ਕਿ ਕਿੰਨਾ ਕੁ ਰਕਬਾ ਵੱਧਦਾ ਹੈ, ਕਿਸਾਨ ਕਿੰਨੇ ਉਤਸ਼ਾਹਿਤ ਹੁੰਦੇ ਨੇ ਔਰ ਸਰਕਾਰ ਵੱਲੋਂ ਦਿੱਤੇ ਜਾਂਦੇ ਭਰੋਸੇ ਕਿੰਨੇ ਕੁ ਕਾਇਮ ਰਹਿੰਦੇ ਨੇ, ਕਿਉਂਕਿ ਕਈ ਦਾਲਾਂ ਕਈ ਫਸਲਾਂ ਦੇ ਉੱਤੇ ਜਦੋਂ ਸਰਕਾਰ ਨੇ ਭਰੋਸਾ ਦਿੱਤਾ ਹੁੰਦਾ ਤੇ ਉਹਨੇ ਤੇ ਨਹੀਂ ਵਿਕਦੀਆਂ, ਕਿਸਾਨਾਂ ਨੂੰ ਨਿਰਾਸ਼ਾ ਦਾ ਸਾਹਮਣਾ ਕਰਨਾ ਪੈਂਦਾ ਹੈ। ਬਾਸਮਤੀ ਦੇ ਮਸਲੇ ਦੇ ਵਿੱਚ ਫਿਲਹਾਲ ਇਸ ਨੂੰ ਖੁਸ਼ਖਬਰੀ ਇਸ ਕਰਕੇ ਕਹਿ ਸਕਦੇ ਹਾਂ ਕਿਉਂਕਿ ਸਰਕਾਰ ਨੇ ਇਸ ਪਾਸੇ ਸੋਚਣਾ ਸ਼ੁਰੂ ਕਰ ਦਿੱਤਾ ਹੈ ਕਿ ਜੇਕਰ ਕਿਸਾਨਾਂ ਨੂੰ ਘੱਟੋ ਘੱਟ ਸਮਰਥਨ ਮੁੱਲ ਪ੍ਰਾਈਵੇਟ ਪਲੇਅਰਾਂ ਤੋਂ ਨਹੀਂ ਮਿਲਦਾ ਤਾਂ ਮਾਰਕਫੈਡ ਦੇ ਜ਼ਰੀਏ ਅਸੀਂ ਬਾਸਮਤੀ ਕਿਵੇਂ ਖਰੀਦਣੀ ਹੈ ਔਰ ਘੱਟੋ ਘੱਟ ਕਿੰਨਾ ਮੁੱਲ ਦੇ ਸਕਦੀ ਹੈ ਸਰਕਾਰ, ਇਸ ਦੇ ਉੱਤੇ ਮੰਥਨ ਹੋਣਾ ਸ਼ੁਰੂ ਹੋ ਚੁੱਕਾ ਹੈ। ਤਾਂ ਕਿਸਾਨਾਂ ਦਾ ਇਸ ਬਾਰੇ ਕੀ ਕਹਿਣਾ ਹੈ, ਕਿਸਾਨ ਸਰਕਾਰ ਨੂੰ ਸੁਝਾਅ ਕੀ ਦੇਣਾ ਚਾਹੁੰਦੇ ਨੇ? ਜੇਕਰ ਤੁਹਾਡੇ ਤੱਕ ਇਹ ਰਿਪੋਰਟ, ਇਹ ਜਾਣਕਾਰੀ ਪੁੱਜ ਰਹੀ ਹੈ ਤੇ ਆਪਣੀ ਜਿਹੜੀ ਤੁਸੀਂ ਰਾਏ ਹੈ, ਸੁਝਾਅ ਨੇ ਉਹ ਵੀ ਸਰਕਾਰ ਨੂੰ ਦੇ ਸਕਦੇ ਹੋ ਤਾਂ ਕਿ ਹੋਰ ਗੁਣਵੱਤਾ ਵਾਲੀ ਬਾਸਮਤੀ ਜਾਂ ਇਸ ਤਰ੍ਹਾਂ ਦੀਆਂ ਫਸਲਾਂ ਨੂੰ ਵਧਾਇਆ ਜਾ ਸਕੇ, ਇਸ ਦੇ ਰਕਬੇ ਦੇ ਵਿੱਚ ਵਾਧਾ ਕੀਤਾ ਜਾ ਸਕੇ। ਫਿਲਹਾਲ ਤੁਸੀਂ ਬਣੇ ਰਹੋ ABC ਪੰਜਾਬ ਦੇ ਨਾਲ।